ਜੈ ਸ਼੍ਰੀ ਕ੍ਰਿਸ਼ਨਾ, ਰਾਧੇ ਰਾਧੇ। ਅੱਜ ਮੈਂ ਤੁਹਾਨੂੰ ਕੱਤਕ ਮਹਾਤਮ ਦਾ ਚੌਥਾ ਅਧਿਆਇ ਸੁਣਾਉਣ ਲੱਗਾ ਹਾਂ, ਜਿਸ ਨੂੰ ਸੁਣਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। ਸ਼੍ਰੀ ਵਸ਼ਿਸ਼ਠ ਜੀ ਕਹਿਣ ਲੱਗੇ, ਹੇ ਰਾਜੇਂਦਰ, ਹੁਣ ਮੈਂ ਮਾਘ ਦੇ ਉਸ ਮਹਾਤਮ ਨੂੰ ਕਹਿੰਦਾ ਹਾਂ ਜੋ ਕਾਰਤਵੀਰਜ ਜੀ ਦੇ ਪੁੱਛਣ ਉੱਤੇ ਦੱਤਾਤਰੇయ ਜੀ ਨੇ ਕਿਹਾ ਸੀ। ਜਿਸ ਸਮੇਂ ਪ੍ਰਤੱਖ ਵਿਸ਼ਨੂੰ ਜੀ ਦੇ ਸਰੂਪ ਸ਼੍ਰੀ ਦੱਤਾਤਰੇయ ਜੀ ਸਹਿ ਪਰਬਤ ਉੱਤੇ ਰਹਿੰਦੇ ਸਨ। ਮਹੇਸ਼ਮਤੀ ਦੇ ਰਾਜਾ ਸ਼ਸਤਰਾਰੁਜਨ ਨੇ ਉਹਨਾਂ ਤੋਂ ਪੁੱਛਿਆ ਸੀ ਕਿ ਹੇ ਜੋਗੀਆਂ ਵਿੱਚ ਸ਼ੇਸ਼ ਦੱਤਾਤਰੇయ ਜੀ, ਮੈਂ ਸਾਰੇ ਧਰਮ ਸੁਣੇ, ਹੁਣ ਤੁਸੀਂ ਕਿਰਪਾ ਕਰਕੇ ਮੈਨੂੰ ਮਾਘ ਮਹੀਨੇ ਦਾ ਮਹੱਤਮ ਸੁਣਾਓ। ਤਦ ਦੱਤਾਤਰੇయ ਜੀ ਬੋਲੇ, ਹੇ ਰਾਜਨ, ਨਾਰਦ ਜੀ ਨੇ ਬ੍ਰਹਮਾ ਜੀ ਨੂੰ ਜੋ ਕਿਹਾ ਸੀ ਉਹੀ ਮਾਘ ਮਹੱਤਮ ਮੈਂ ਤੈਨੂੰ ਕਹਿੰਦਾ ਹਾਂ। ਇਸ ਕਰਮ ਭੂਮੀ ਭਾਰਤ ਵਿੱਚ ਜਨਮ ਲੈ ਕੇ ਜਿਸਨੇ ਮਾਘ ਮਹੀਨੇ ਇਸ਼ਨਾਨ ਨਹੀਂ ਕੀਤਾ, ਉਸ ਦਾ ਜਨਮ ਨਿਸ਼ਫਲ ਹੀ ਚਲਾ ਗਿਆ। ਮਾਘ ਇਸ਼ਨਾਨ ਦੇ ਬਿਨਾਂ ਮਨੁੱਖ ਜਨਮ ਇਸ ਤਰ੍ਹਾਂ ਦਾ ਹੈ ਜਿਵੇਂ ਕਿ ਸੂਰਜ ਦੇ ਬਿਨਾਂ ਪ੍ਰਕਾਸ਼ ਅਤੇ ਚੰਦਰਮਾ ਤੋਂ ਬਿਨਾਂ ਤਾਰੇ। ਵਰਤ, ਤਪ ਅਤੇ ਦਾਨ ਨਾਲ ਭਗਵਾਨ ਇੰਨੇ ਪ੍ਰਸੰਨ ਨਹੀਂ ਹੁੰਦੇ ਜਿੰਨੇ ਕਿ ਮਾਘ ਮਹੀਨੇ ਦੇ ਇਸ਼ਨਾਨ ਨਾਲ। ਜਿਵੇਂ ਸੂਰਜ ਤੋਂ ਜ਼ਿਆਦਾ ਕੋਈ ਤੇਜਵਾਨ ਨਹੀਂ ਹੈ, ਉਵੇਂ ਹੀ ਮਾਘ ਮਹੀਨੇ ਦੇ ਇਸ਼ਨਾਨ ਦੇ ਸਮਾਨ ਕੋਈ ਯੱਗ, ਤਪ ਅਤੇ ਦਾਨ ਨਹੀਂ। ਭਗਵਾਨ ਦੀ ਪ੍ਰਸੰਨਤਾ, ਪਾਪਾਂ ਦਾ ਨਾਸ਼ ਅਤੇ ਸਵਰਗ ਦੀ ਪ੍ਰਾਪਤੀ ਦੇ ਲਈ ਮਾਘ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ। ਜੇਕਰ ਇਹ ਪੁਸ਼ਟ ਸ਼ੁੱਧ ਸਰੀਰ ਮਾਘ ਇਸ਼ਨਾਨ ਦੇ ਬਿਨਾਂ ਹੀ ਰਹਿ ਜਾਵੇ ਤਾਂ ਇਸ ਦੀ ਰੱਖਿਆ ਕਰਨ ਦਾ ਕੀ ਲਾਭ। ਇਹ ਸਰੀਰ ਹੱਡੀਆਂ ਦਾ ਪਿੰਜਰ, ਨਸ਼ਾ ਵਿੱਚ ਬੰਨਿਆ ਹੋਇਆ, ਮਾਂਸ ਦੇ ਟੁਕੜਿਆਂ ਨਾਲ ਮੜਿਆ ਹੋਇਆ, ਚਮੜੀ ਨਾਲ ਢਕਿਆ, ਦੁਰਗੰਧ ਯੁਕਤ ਅਤੇ ਮਲ ਮੂਤਰ ਦਾ ਸਥਾਨ ਹੈ। ਸ਼ੌਕ, ਬੁਢਾਪਾ ਅਤੇ ਦੁੱਖਾਂ ਨਾਲ ਪੂਰਨ ਰੋਗ ਦਾ ਘਰ, ਨਾਸ਼ਵਨ, ਗੰਦਾ ਅਤੇ ਸਾਰਿਆਂ ਨੂੰ ਸਹਾਰਾ ਦੇਣ ਵਾਲਾ ਹੈ। ਦੂਸਰਿਆਂ ਦੇ ਦੁੱਖ ਦੇਣ ਨਾਲ ਦੁਖੀ, ਈਰਖਾ ਕਰਨ ਵਾਲਾ ਹੈ, ਲਾਲਚੀ, ਕ੍ਰਿਤਕ ਅਤੇ ਨਾਸ਼ਵਾਨ ਹੈ। ਦੁੱਖ ਨਾਲ ਭਰਿਆ ਹੋਇਆ, ਦੁੱਖ ਨੂੰ ਧਾਰਨ ਕਰਨ ਵਾਲਾ, ਦ੍ਰਿਸ਼ਟ, ਇਨ੍ਹਾਂ ਤਿੰਨਾਂ ਦੋਸ਼ਾਂ ਨਾਲ ਭਰਿਆ ਹੋਇਆ ਅਤੇ ਅਪਵਿੱਤਰ ਹੈ। ਸੁਭਾਅ ਤੋਂ ਹੀ ਅਧਰਮੀ, ਤ੍ਰਿਸ਼ਨਾ ਨਾਲ ਪੂਰਨ, ਕਾਮ, ਕ੍ਰੋਧ, ਲੋਭ ਰੂਪੀ ਨਰਕ ਦੇ ਦੁਆਰ ਉੱਤੇ ਖੜਾ ਹੋਇਆ ਹੈ। ਜਿਵੇਂ ਕੀੜਿਆਂ ਅਤੇ ਬਿਸ਼ਟਾਂ ਨਾਲ ਪੂਰਨ ਸਰੀਰ ਅੰਤ ਵਿੱਚ ਨਸ਼ਟ ਹੋ ਕੇ ਕੁੱਤਿਆਂ ਦੇ ਕੰਮ ਹੀ ਆਉਂਦਾ ਹੈ, ਉਵੇਂ ਹੀ ਇਹ ਸਰੀਰ ਮਾਘ ਇਸ਼ਨਾਨ ਦੇ ਬਿਨਾਂ ਬੇਕਾਰ ਹੀ ਹੈ। ਪਾਣੀ ਵਿੱਚ ਬੁਲਬੁਲੇ ਦੀ ਤਰ੍ਹਾਂ ਅਤੇ ਛੋਟੇ ਜੰਤੂਆਂ ਵਿੱਚ ਮੱਖੀ ਦੇ ਸਮਾਨ ਇਹ ਸਰੀਰ ਮਾਘ ਮਹੀਨੇ ਦੇ ਇਸ਼ਨਾਨ ਤੋਂ ਬਿਨਾਂ ਮਰਨ ਸਮਾਨ ਹੈ। ਭਗਵਾਨ ਵਿਸ਼ਨੂੰ ਜੀ ਦੀ ਪੂਜਾ ਦਾ ਨਾ ਕਰਨ ਵਾਲਾ ਬ੍ਰਾਹਮਣ, ਬਿਨਾਂ ਦਾਨ ਦੇ ਸ਼ਰਾਧ, ਬ੍ਰਾਹਮਣ ਰਹਿਤ ਖੇਤਰ, ਆਚਾਰ ਰਹਿਤ ਕੁੱਲ, ਇਹ ਸਭ ਨਿਸ਼ਫਲ ਹਨ। ਅਹੰਕਾਰ ਨਾਲ ਧਰਮ ਦਾ, ਕ੍ਰੋਧ ਨਾਲ ਤਪ ਦਾ, ਗੁਰੂਜਨਾਂ ਦੀ ਸੇਵਾ ਨਾਲ ਕਰਨ ਨਾਲ ਇਸਤਰੀ ਅਤੇ ਬ੍ਰਹਮਚਾਰੀ ਦਾ, ਬਿਨਾਂ ਪਾਣੀ ਅੱਗ ਵਿੱਚ ਹਵਨ ਕਰਨ ਨਾਲ ਬਿਨਾਂ ਪ੍ਰਤੱਖ ਦੇ ਮੁਕਤੀ ਦਾ ਨਾਸ਼ ਹੋ ਜਾਂਦਾ ਹੈ। ਜੀਵਕਾ ਦੇ ਲਈ ਰਹਿਣ ਵਾਲੀ ਕੰਨਿਆ ਆਪਣੇ ਹੀ ਲਈ ਬਣਾਏ ਹੋਏ ਭੋਜਨ ਦੀ ਕਿਰਿਆ ਹੈ। ਸੂਦਰ ਤੋਂ ਭਿਖਿਆ ਲੈ ਕੇ ਕੀਤਾ ਹੋਇਆ ਯੱਗ ਅਤੇ ਕੰਜੂਸ ਦਾ ਧਨ, ਇਹ ਸਾਰੇ ਨਾਸ਼ਕਾਰਕ ਹਨ। ਬਿਨਾਂ ਅਭਿਆਸ ਅਤੇ ਆਲਸ ਯੁਕਤ ਵਿਦਿਆ, ਝੂਠੀ ਬਾਣੀ, ਵਿਰੋਧ ਕਰਨ ਵਾਲਾ ਰਾਜਾ, ਜੀਵਕਾ ਦੇ ਲਈ ਕੀਤੀ ਗਈ ਤੀਰਥ ਯਾਤਰਾ ਅਤੇ ਵਰਤ, ਸੰਦੇਹ ਯੁਕਤ ਮੰਤਰ ਦਾ ਜਾਪ, ਮਨ ਨਾ ਕਰਕੇ ਜਪ ਕਰਨਾ, ਵੇਦ ਨਾ ਜਾਣਨ ਵਾਲੇ ਨੂੰ ਦਾਨ ਦੇਣਾ, ਸੰਸਾਰ ਵਿੱਚ ਨਾਸਤਿਕ ਮੰਤਰ ਗ੍ਰਹਿਣ ਕਰਨਾ, ਸ਼ਰਧਾ ਦੇ ਬਿਨਾਂ ਧਾਰਮਿਕ ਕੰਮ ਕਰਨਾ, ਇਹ ਸਾਰੇ ਬੇਕਾਰ ਹਨ। ਜਿਸ ਤਰ੍ਹਾਂ ਦਰਿਦਰ ਦਾ ਜੀਵਨ ਬੇਕਾਰ ਹੈ, ਉਸੇ ਤਰ੍ਹਾਂ ਮਨੁੱਖ ਦਾ ਜੀਵਨ ਬਿਨਾਂ ਮਾਘ ਇਸ਼ਨਾਨ ਦੇ ਬੇਕਾਰ ਹੈ। ਮਕਰ ਦੇ ਸੂਰਜ ਵਿੱਚ ਜੋ ਮਨੁੱਖ ਸੂਰਜ ਉਦੇ ਹੋਣ ਤੋਂ ਪਹਿਲਾਂ ਇਸ਼ਨਾਨ ਨਹੀਂ ਕਰਦਾ, ਉਹ ਵੀ ਪਾਪਾਂ ਤੋਂ ਛੁਟਕਾਰਾ ਪਾ ਕੇ ਸਵਰਗ ਵਿੱਚ ਜਾ ਸਕਦਾ ਹੈ। ਬ੍ਰਹਮਕਾਤੀ, ਸੋਨਾ ਚਰਾਉਣ ਵਾਲਾ, ਸ਼ਰਾਬੀ, ਗੁਰੂ ਪਤਨੀ ਗਾਮੀ, ਇਹਨਾਂ ਚਾਰਾਂ ਦੀ ਸੰਗਤ ਕਰਨ ਵਾਲਾ ਮਨੁੱਖ ਮਾਘ ਮਹੀਨੇ ਵਿੱਚ ਸੂਰਜ ਉਦੇ ਤੋਂ ਪਹਿਲਾਂ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦਾ ਹੈ।
ਮਨੁੱਖ ਦੇ ਮਹਾਪਾਪ ਵੀ ਮਾਘ ਮਹੀਨੇ ਵਿੱਚ ਇਸ਼ਨਾਨ ਕਰਨ ਨਾਲ ਖਤਮ ਹੋ ਜਾਂਦੇ ਹਨ। ਮਾਘ ਮਹੀਨੇ ਦਾ ਸਮਾਂ ਆਉਣ ਉੱਤੇ ਸਾਰੇ ਪਾਪ ਇਹ ਜਾਣ ਕੇ ਕੰਬਣ ਲੱਗਦੇ ਹਨ ਕਿ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਸਾਡਾ ਨਾਸ਼ ਹੋ ਜਾਵੇਗਾ। ਮੇਘਾਂ ਤੋਂ ਮੁਕਤੀ ਪਾ ਕੇ ਚੰਦਰਮਾ ਦੇ ਚਮਕਣ ਦੀ ਤਰ੍ਹਾਂ ਸ਼੍ਰੇਸ਼ਟ ਮਨੁੱਖ ਮਾਘ ਇਸ਼ਨਾਨ ਨਾਲ ਅੱਗ ਦੇ ਸਮਾਨ ਪ੍ਰਕਾਸ਼ਮਾਨ ਹੋ ਜਾਂਦਾ ਹੈ। ਬਾਣੀ, ਮਨ ਅਤੇ ਕਰਮ ਨਾਲ ਕੀਤੇ ਹੋਏ ਸਾਰੇ ਮਹਾਪਾਪ ਮਕਰ ਦੇ ਸੂਰਜ ਵਿੱਚ ਇਸ਼ਨਾਨ ਮਾਤਰ ਨਾਲ ਹੀ ਅੱਗ ਵਿੱਚ ਲੱਕੜ ਦੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ। ਸੱਜਣ ਪੁਰਖ ਮਾਘ ਇਸ਼ਨਾਨ ਨਾਲ ਸਵਰਗ ਵਿੱਚ ਜਾਂਦੇ ਹਨ ਅਤੇ ਪਾਪੀ ਲੋਕ ਪਵਿੱਤਰ ਹੋ ਕੇ ਜਾਂਦੇ ਹਨ। ਹੇ ਨਰਾਦੀਪ, ਇਸ ਵਿੱਚ ਕੁਝ ਵੀ ਸੰਦੇਹ ਨਹੀਂ ਕਰਨਾ ਚਾਹੀਦਾ। ਹੇ ਰਾਜਨ, ਵਿਸ਼ਨੂੰ ਭਗਤੀ ਕਰਨ ਦੀ ਤਰ੍ਹਾਂ ਪਾਪ ਨਸ਼ਟ ਕਰਨ ਦੇ ਲਈ ਮਾਘ ਇਸ਼ਨਾਨ ਕਰਨ ਦਾ ਵੀ ਸਾਰਿਆਂ ਨੂੰ ਅਧਿਕਾਰ ਹੈ। ਇਹ ਸਾਰਿਆਂ ਨਾਲੋਂ ਵੱਡਾ ਤਪ ਅਤੇ ਪਛਤਾਪ ਹੈ। ਜਿਵੇਂ ਕਿ ਜਨਮ ਜਨਮਾਂਤਰ ਦੇ ਅਭਿਆਸ ਨਾਲ ਅਧਿਆਤਮਕ ਗਿਆਨ ਵਿੱਚ ਵਾਧਾ ਹੁੰਦਾ ਹੈ, ਉਸੇ ਤਰ੍ਹਾਂ ਮਾਘ ਇਸ਼ਨਾਨ ਵਿੱਚ ਵੀ ਮਨੁੱਖ ਦੀ ਰੁਚੀ ਉਤਪੰਨ ਹੁੰਦੀ ਹੈ। ਇਹ ਸੰਸਾਰ ਰੂਪੀ ਚਿੱਕੜ ਧੋਣ ਦੀ ਪਵਿੱਤਰ ਵਸਤੂ ਹੈ। ਹੇ ਰਾਜਨ, ਜਿਹੜਾ ਸਾਰੀਆਂ ਇੱਛਾਵਾਂ ਦਾ ਫਲ ਦੇਣ ਵਾਲੇ ਮਾਘ ਇਸ਼ਨਾਨ ਨੂੰ ਨਹੀਂ ਕਰਦੇ, ਉਹ ਚੰਦਰ ਅਤੇ ਸੂਰਜ ਦੇ ਸਮਾਨ ਭੋਗ ਨੂੰ ਕਿਸ ਤਰ੍ਹਾਂ ਭੋਗ ਸਕਦੇ ਹਨ। ਇੱਦਾਂ ਹੀ ਨਵੀਆਂ ਜਾਣਕਾਰੀਆਂ ਦੇ ਲਈ ਲਾਈਕ ਸਬਸਕ੍ਰਾਈਬ ਕਰੋ।